ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਵਾਹਿਗੁਰੂ ਸਾਹਿਬ ਜੀ। ਜਿਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਧਰਤੀ ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਲ ਉਦਮ ਬਖਸ਼ਿਆ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਵਾਲੇ ਮਹਾਂਪੁਰਖ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦੇ ਪਿਆਰੇ ਸਾਥੀ, ਕਾਰ ਸੇਵਾ ਦੇ ਵੱਡੇ ਪੁੰਜ ਬਾਬਾ ਬਚਨ ਸਿੰਘ ਜੀ, ਉਹਨਾਂ ਦੇ ਸਹਿਯੋਗੀ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਪੂਰਨ ਤੌਰ ਤੇ ਪੰਥ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗੀ ਬਣ ਕੇ ਜਿਵੇਂ ਗੁਰੂ ਘਰਾਂ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਕਰ ਰਹੇ ਨੇ। ਤਾਂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਕੌਮ ਦੀ ਸੰਸਥਾ ਦਾ ਸਾਥ ਲੈ ਕੇ ਇੱਥੋਂ ਦੇ ਬੜੇ ਪਿਆਰੇ ਨਿਮਰਤਾ ਵਾਲੇ ਗੁਰਸਿੱਖ, ਗੁਰੂ ਘਰ ਨੂੰ ਸਮਰਪਿਤ ਭਾਈ ਚਰਨਜੀਤ ਸਿੰਘ ਜੀ ਕਾਲੇਵਾਲ ਸੰਸਥਾ ਦੇ ਮੈਂਬਰ, ਉਹਨਾਂ ਦਾ ਪੂਰਨ ਸਹਿਯੋਗ ਲੈ ਕੇ ਇਹ ਸਮਾਗਮ ਬੜੇ ਸੁਚੱਜੇ ਢੰਗ ਨਾਲ ਉਲੀਕਿਆ। ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਜੀ ਦੀ ਸੇਵਾ ਵਿੱਚ 4 ਜਥੇ ਮੈਂਬਰ ਸਾਹਿਬ ਹੋਰਾਂ ਨੇ ਪ੍ਰਬੰਧ ਕਰਕੇ ਦਿੱਤੇ। ਦਰਬਾਰ ਸਾਹਿਬ ਤੋਂ ਇੰਨੇ ਜਥੇ ਇੱਕੋ ਟਾਈਮ ਬੁਲਾਉਣੇ ਔਖੇ ਹੋ ਜਾਂਦੇ ਕਈ ਵਾਰੀ। ਫਿਰ ਉਹ ਵੀ ਜਦੋਂ ਸ਼ਤਾਬਦੀਆਂ ਦਾ ਵੱਡਾ ਸਮਾਗਮਾਂ ਦਾ ਇੱਕ ਵੱਡਾ ਹੀ ਪ੍ਰੋਗਰਾਮ ਚੱਲ ਰਹੇ ਹੁਣ ਚਾਰੇ ਪਾਸੇ, ਤੇ ਤੁਸੀਂ ਬਹੁਤ ਭਾਗਾਂ ਵਾਲੇ ਹੋ, ਬੜੀ ਪ੍ਰੀਤ ਨਾਲ ਸ਼ਰਧਾ ਨਾਲ ਜੁੜ ਕੇ ਬੈਠੇ ਹੋ। ਸੱਚੇ ਪਾਤਸ਼ਾਹ ਹਜ਼ੂਰ ਦੇ ਜੋ ਬਚਨ ਅੰਮ੍ਰਿਤ ਵੇਲੇ ਤੋਂ ਤੁਸੀਂ ਸੁਣ ਰਹੇ ਹੋ, ਮੈਂ ਸੋਸ਼ਲ ਮੀਡੀਆ ਦੇ ਰਾਹੀਂ ਨਾਲ ਵੇਖ ਰਿਹਾ ਸੀ। ਲੱਖਾਂ ਲੋਕ ਦੁਨੀਆ ਭਰ ਵਿੱਚ ਬੈਠ ਕੇ ਇਸ ਸਮਾਗਮ ਦਾ ਆਨੰਦ ਲੈ ਰਹੇ ਆ ਇਹ ਵੀਰਾਂ ਦੇ ਰਾਹੀਂ। ਗੁਰਦੇਵ ਜੀ ਦੀ ਬਾਣੀ ਦੀ ਬਾਤ ਨਾਲ ਭਾਈ ਭੁਪਿੰਦਰ ਸਿੰਘ ਜੀ ਕਰ ਰਹੇ। ਸਾਡਾ ਮਨੋਰਥ ਇਹੀ ਹੈ ਸਾਧ ਸੰਗਤ ਜੀ ਵੀ ਅਸੀਂ ਗੁਰੂ ਉਪਦੇਸ਼ ਨੂੰ ਹਿਰਦੇ 'ਚ ਧਾਰ ਸਕੀਏ। ਜਿਹੜੀ ਗੱਲ ਕਹਿ ਰਹੇ ਸੀ ਮਾਨਯੋਗ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਜਿਹੜੀ ਗੱਲ ਭਾਈ ਭੁਪਿੰਦਰ ਸਿੰਘ ਜੀ ਕਹਿ ਰਹੇ ਸੀ, ਮੁੱਖ ਮਕਸਦ ਸਾਡਾ ਇਹੀ ਹੈ ਵੀ ਅਸੀਂ ਗੁਰੂ ਸ਼ਬਦ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ ਸਕੀਏ। ਅਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪਣੀ ਸਿਮਰਤੀ ਦੇ ਅੰਦਰ ਵਸਾ ਸਕੀਏ। ਸਾਧ ਸੰਗਤ ਤੇ ਜਿਨ੍ਹਾਂ ਦੀ ਸਿਮਰਤੀ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਸ ਗਏ,
ਉੱਥੇ ਤੇ ਨਿੱਧੀਆਂ ਜਿਹੜੀਆਂ ਨੇ ਨਾ, ਨਿੱਧੀਆਂ ਸਿੱਧੀਆਂ ਰਿੱਧੀਆਂ, ਉਹ ਚਰਨਾਂ ਵਿੱਚ ਭੱਜ ਭੱਜ ਕੇ ਆਉਂਦੀਆਂ ਸਾਧ ਸੰਗਤ ਜੀ। ਇਹ ਤੇ ਬਹੁਤ ਮਾਮੂਲੀ ਚੀਜ਼ ਰਹਿ ਜਾਂਦੀ ਨਾ ਜੀ, ਪਦਾਰਥ, ਸੋਭਾ, ਸੂਰਤ, ਸੁੱਖ, ਸੁਵਿਧਾ, ਇਹ ਨਿੱਧੀਆਂ ਸਿੱਧੀਆਂ ਰਿੱਧੀਆਂ ਤੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਨਾਲ ਵੱਡੀ ਕਿਰਪਾ ਇਹ ਹੁੰਦੀ ਵੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸਿਮਰਤੀ ਦੇ ਅੰਦਰ ਸਤਿਗੁਰੂ ਜੀ ਦੀ ਯਾਦ ਵਸ ਜਾਂਦੀ ਹੈ, ਉਹਨਾਂ ਦੇ ਅੰਗ ਸੰਗ ਸੱਚੇ ਪਾਤਸ਼ਾਹ ਜੀ ਸਹਾਈ ਹਰ ਵੇਲੇ ਨਾਲ, ਹਰ ਵੇਲੇ ਪ੍ਰਤੀਤ ਇਹ ਗੱਲ ਨਿਸ਼ਚੇ 'ਚ ਵਸ ਜਾਂਦੀ ਵੀ ਗੁਰੂ ਪਾਤਸ਼ਾਹ ਜੀ ਸਾਡੇ ਅੰਗ ਸੰਗ ਹਨ। ਤੋ ਰੋਜ਼ ਸਿੱਖ ਇਹ ਬਚਨ ਪੜ੍ਹਦਾ ਹੈ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਜੀ ਦੇ ਬਚਨ ਸਾਡੇ ਅੰਦਰ ਠੰਡ ਪਾ ਦਿੰਦੇ। ਸਾਧ ਸੰਗਤ ਸਾਨੂੰ ਕਦੀ ਵੀ ਇਕੱਲਿਆਂ ਨਹੀਂ ਮਹਿਸੂਸ ਹੋਣ ਦਿੰਦੇ ਵੀ ਅਸੀਂ ਇਕੱਲੇ ਰਹਿ ਗਏ, ਸਾਡਾ ਕੌਣ ਵਾਲੀ ਬਣੇਗਾ। ਬਸ ਤੇਗ ਬਹਾਦਰ ਸਿਮਰਿਆ। ਤੇ ਤੁਸੀਂ ਇਸ ਇਲਾਕੇ 'ਚ ਵਸਣ ਵਾਲੀ ਸੰਗਤ ਬੜੇ ਭਾਗਾਂ ਵਾਲੇ ਹੋ, ਜਿਹੜੇ ਭਾਵਨਾ ਕਰਕੇ, ਸ਼ਰਧਾ ਕਰਕੇ ਇਸ ਸਥਾਨ ਦੀ ਸੇਵਾ ਕਰਦੇ ਹੋ, ਨਾਮ ਜਪਦੇ ਹੋ, ਹਾਜ਼ਰੀਆਂ ਭਰਦੇ ਹੋ। ਤੇਗ ਬਹਾਦਰ ਪਾਤਸ਼ਾਹ ਤੁਹਾਡੀ ਸਿਮਰਤੀ ਦੇ ਅੰਦਰ ਟਿਕੇ। ਸਾਡਾ ਸਾਰਾ ਇਤਿਹਾਸ ਇਸ ਗੱਲ ਦੀ ਸ਼ਾਦੀ ਭਰਦਾ ਹੈ ਵੀ ਜਿਹਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨਾਲ ਪ੍ਰੀਤ ਕੀਤੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ। ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਰਿਝਾਉਣ ਵਾਸਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਵਾਸਤੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਅਸੀਸਾਂ ਦੇ ਪਾਤਰ ਬਣ ਲਈ, ਨਿੱਧੀਆਂ ਸਿੱਧੀਆਂ ਸਾਡੀ ਝੋਲੀ 'ਚ ਪੈ ਜਾਣ ਤੇ ਗੁਰੂ ਸਾਡੇ ਨਾਲ ਵਸਣ ਲੱਗ ਪਏ। ਉਹਦੇ ਲਈ ਇੱਕੋ ਹੀ ਭੇਟਾ ਹੈ, ਉਹ ਹੈ ਪ੍ਰੇਮ। ਜਿਸ ਜਿਸ ਪ੍ਰੇਮ ਵਾਲੇ ਨੇ ਹਿਰਦੇ 'ਚ ਧਾਰਿਆ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮਗਰ ਮਗਰ। ਸਿੱਖ ਇਤਿਹਾਸ ਇਸ ਗੱਲ ਦੀ ਪੈਰ ਪੈਰ ਤੇ ਸ਼ਾਦੀ ਭਰ ਰਿਹਾ, ਗਵਾਹੀ ਦੇ ਰਿਹਾ ਕਿ ਸਿੱਖ ਨਹੀਂ ਗੁਰੂ ਦੇ ਪਿੱਛੇ ਫਿਰ ਰਿਹਾ, ਸਤਿਗੁਰੂ ਜੀ ਸਿੱਖ ਦੇ ਪਿੱਛੇ ਫਿਰ ਰਹੇ। ਕਿਉਂਕਿ ਇੱਕ ਨਾ ਗੱਲ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਤੇ ਸਾਨੂੰ ਇੱਕ ਬੜਾ ਵਿਚਿੱਤਰ ਜਿਹਾ ਬਚਨ ਪੜ੍ਹਨ ਨੂੰ ਮਿਲਦਾ ਹੈ ਕਿ ਵਾਹਿਗੁਰੂ ਨਿਰੰਕਾਰ ਦੀ ਜਿਹੜੀ ਦੇਵੀ ਜੋਤ ਹੈ, ਉਹਦੇ ਅੰਦਰ ਵੀ ਇੱਕ ਭੁੱਖ ਹੈ। ਕਹਿੰਦੇ ਜਿਵੇਂ ਅਸੀਂ ਸੰਸਾਰੀ ਲੋਕ ਆ ਨਾ ਜੀ, ਤੇ ਸਾਡੇ ਅੰਦਰ ਕਈ ਕਿਸਮ ਦੀਆਂ ਭੁੱਖਾਂ ਵਸੀਆਂ ਹੋਈਆਂ। ਸਾਡੇ ਅੰਦਰ ਤੇ ਪਦਾਰਥਾਂ ਦੀ ਭੁੱਖ ਹੋ ਸਕਦੀ ਹੈ, ਧਨ ਦੌਲਤ ਦੀ ਭੁੱਖ ਹੋ ਸਕਦੀ ਹੈ, ਸੁੱਖਾਂ ਦੀ ਭੁੱਖ ਹੋ ਸਕਦੀ ਹੈ, ਸ਼ੋਹਰਤ ਸੋਭਾ ਦੀ ਭੁੱਖ ਹੋ ਸਕਦੀ ਹੈ। ਪਰ ਜਿਹੜੇ ਆਪ ਰੱਬ ਨੇ, ਉਹਨਾਂ ਦੇ ਅੰਦਰ ਵੀ ਇੱਕ ਭੁੱਖ ਹੈ। ਤੇ ਜੋ ਉਹ ਬਚਨ ਜਦੋਂ ਅਸੀਂ ਗੁਰਮੁਖ ਰੂਹਾਂ ਦੇ ਪੜ੍ਹਦੇ, ਜਿਨ੍ਹਾਂ ਨੇ ਅਨੁਭਵ ਕੀਤਾ ਜੀ, ਤੇ ਬੜੇ ਕਮਾਲ ਲੱਗਦੇ ਮੈਨੂੰ ਬਚਨ ਵੀ ਜਦੋਂ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਆ। ਗੋਬਿੰਦ ਭਾਉ ਭਗਤ ਦਾ ਭੁੱਖਾ। ਹੁਣ ਉਹ ਮੇਰਾ ਪ੍ਰਤਪਾਲਕ ਜਿਹੜਾ ਹੈ, ਉਹ ਜਿਹੜਾ ਮੇਰਾ ਰੱਬ ਹੈ, ਉਹਦੇ ਅੰਦਰ ਵੀ ਇੱਕ ਭੁੱਖ ਹੈ, ਤੇ ਉਹ ਹੈ ਤੇਰੀ ਭਾਵਨਾ, ਤੇਰਾ ਪਿਆਰ। ਜਿੰਨਾ ਪ੍ਰੇਮ ਗਹਿਰਾ ਹੈ, ਜਿੰਨੀ ਭਾਵਨਾ ਗਹਿਰੀ ਹੈ, ਉਨਾ ਹੀ ਸਤਿਗੁਰੂ ਮਗਰ ਮਗਰ ਤੁਰਿਆ ਫਿਰਦਾ। ਉਹ ਤੇਰੇ ਪੈਸੇ ਦਾ ਭੁੱਖਾ ਨਹੀਂ ਹੈ, ਉਹ ਤੇਰੇ ਭੇਟਾਵਾਂ ਦਾ ਭੁੱਖਾ ਨਹੀਂ ਹੈ, ਤੇਰੀ ਦੁਨੀਆ ਦੇ ਉੱਤੇ ਕਿੰਨੀ ਕੁ ਸ਼ੋਹਰਤ ਹੈ। ਸੀ ਨਾ ਜੀ, ਇੱਕ ਪਾਸੇ ਮਾਲ ਪੂੜਿਆਂ ਵਾਲੇ ਸੀ, ਇੱਕ ਪਾਸੇ ਰੁੱਖੀ ਰੋਟੀ ਵਾਲੇ ਸੀ, ਲਾਲੋ ਵਰਗੇ। ਤੇ ਜੇ ਤੇ ਸਿਰਫ ਸਰੀਰ ਦੀ, ਢਿੱਡ ਦੀ ਭੁੱਖ ਦੀ ਗੱਲ ਹੋਵੇ, ਤੇ ਇਹ ਢਿੱਡ ਦੀ ਭੁੱਖ ਕਹਿੰਦੀ ਹੈ ਜਿੱਥੇ ਮਾਲ ਪੂੜੇ ਨੇ ਉਧਰ ਨੂੰ ਜਾਣਾ ਚਾਹੀਦਾ। ਪਰ ਗੋਬਿੰਦ ਸੀ ਨਾ ਜਿਹੜਾ ਮੇਰਾ ਰੱਬ ਸੀ, ਆ ਹਾਜ਼ਰ ਨਾਜ਼ਰ ਰੱਬ ਬੈਠਾ ਅੱਜ। ਇਹ ਰੱਬ ਜਿਹੜਾ ਹੈ, ਇਹ ਪਦਾਰਥਾਂ ਦਾ, ਇਹਨੂੰ ਪਦਾਰਥਾਂ ਨਾਲ ਰਿਝਾਇਆ ਹੀ ਨਹੀਂ ਜਾ ਸਕਦਾ। ਸਾਧ ਸੰਗਤ ਜਿਸ ਜਿਸ ਹਿਰਦੇ ਘਰ ਦੇ ਅੰਦਰ ਜ਼ਖੀਰਾ ਹੈ ਭਾਉ ਤੇ ਭਗਤ ਦਾ, ਉਹਦੇ ਪਿੱਛੇ ਪਿੱਛੇ ਗੁਰੂ ਤੁਰਿਆ ਫਿਰਦਾ ਜੀ, ਪਿੱਛੇ ਪਿੱਛੇ। ਬਸ ਪ੍ਰੇਮ ਧਾਰ ਕੇ ਯਾਦ ਕਰਿਓ। ਇਹ ਸਾਰੀ ਧਰਤੀ ਇਦਾਂ ਹੀ ਨਿਵਾਜੀ ਹੋਈ ਹੈ। ਆਪਾਂ ਨੂੰ ਮਾਣ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ। ਇੱਕ ਇੱਕ ਪਿੰਡ ਦੇ ਨਾਲ ਇਹੀ ਸਾਖੀ ਜੁੜਦੀ ਹੋਏਗੀ ਕਿ ਕੋਈ ਪ੍ਰੇਮ ਰਤੀ ਰੂਹ ਮੁੱਦਤ ਤੋਂ ਯਾਦ ਕਰਦੀ ਹੈ, ਤੇ ਸੱਚੇ ਪਾਤਸ਼ਾਹ ਜੀ ਐਵੇਂ ਨਹੀਂ ਆਉਂਦੇ, ਉਹਨੂੰ ਭਾਗ ਲਾਉਣ ਵਾਸਤੇ ਆ ਜਾਂਦੇ ਮਹਾਰਾਜ। ਲਗਾਤਾਰ ਅਸੀਂ ਇਹ ਪਿੰਡਾਂ ਚੋਂ ਦੀ ਜਦੋਂ ਅੱਗੇ ਗੁਜ਼ਰਦੇ ਹਾਂ, ਅੱਗੇ ਆਨੰਦਪੁਰ ਕਲੌੜ ਹੈ, ਰੈਲੋਂ ਪਿੰਡ ਹੈ, ਮਕਾਰੋਂਪੁਰ ਹੈ,
ਉਸ ਤੋਂ ਗਾਂ ਮਹਾਰਾਜ ਪਿਲਖਣੀ ਨੂੰ ਹੋ ਕੇ ਅੱਗੇ 9 ਲੱਖ ਹੈ, ਬਹਾਦਰਗੜ੍ਹ, ਦੂਖ ਨਿਵਾਰਨ ਸਾਹਿਬ, ਇੱਕ ਇੱਕ ਨਗਰ ਵਿੱਚ ਸਾਹਿਬ ਚਰਨ ਪਾ ਰਹੇ ਆ ਤੇ ਕੋਈ ਪ੍ਰੇਮ ਰਤੀਆਂ ਰੂਹਾਂ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਵਿੱਚ ਮਗਨ ਆਪਣੇ ਘਰ ਟਿਕ ਕੇ ਬੈਠੀਆਂ। ਗੁਰੂ ਦੇਵ ਜੀ ਨੇ ਨਾ ਇੱਕ ਗੱਲ ਬੜੀ ਪਿਆਰੀ ਕਹੀ, ਉਹ ਕਹਿੰਦੇ ਵੀ ਜਗਤ ਦੇ ਲੋਕ ਜਿਹਦੀ ਢੂੰਡ ਵਿੱਚ ਜੰਗਲਾਂ ਨੂੰ ਜਾਂਦੇ ਸੀ, ਬੀਆਬਾਨਾਂ ਨੂੰ ਜਾਂਦੇ ਸੀ, ਮਹਾਰਾਜ ਗਏ ਕੱਟੂ ਪਿੰਡ, ਉਹ ਸੰਗਰੂਰ ਦੇ ਨੇੜੇ, ਸਧਾਰਨ ਜ਼ਿਮੀਂਦਾਰ ਲੋਕ ਸਨ। ਜਦੋਂ ਹਜ਼ੂਰ ਗਏ ਨਾ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਸਧਾਰਨ ਪਿੰਡ ਦੇ ਲੋਕਾਂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਤੇ ਕਹਿਣ ਲੱਗੇ ਮਹਾਰਾਜ ਜੀ ਅਸੀਂ ਰੱਬ ਨੂੰ ਨਹੀਂ ਪਾ ਸਕਦੇ। ਮਹਾਰਾਜ ਕਹਿਣ ਲੱਗੇ ਕਿਉਂ? ਸਾਡੇ ਮਤਲਬ ਦੀ ਗੱਲ ਸੁਣਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਤੁਸੀਂ ਕਿਉਂ ਨਹੀਂ ਪਾ ਸਕਦੇ? ਕਹਿੰਦੇ ਸੱਚੇ ਪਾਤਸ਼ਾਹ ਜੀ ਅਸੀਂ ਤੇ ਤਪ ਨਹੀਂ ਕਰ ਸਕਦੇ, ਅਸੀਂ ਸਾਧਨਾ ਨਹੀਂ ਕਰ ਸਕਦੇ, ਅਸੀਂ ਘਰ ਨਹੀਂ ਛੱਡ ਸਕਦੇ, ਅਸੀਂ ਤੇ ਮਿਹਨਤ ਕਰਨ ਵਾਲੇ ਆ, ਮਜ਼ਦੂਰੀ ਕਰਨ ਵਾਲੇ ਆ, ਜ਼ਿਮੀਂਦਾਰਾ ਕਰਨ ਵਾਲੇ ਆ, ਖੇਤੀ ਕਰਨ ਵਾਲੇ ਆ, ਤੇ ਜੇ ਅਸੀਂ ਸਮਾਂ ਕੱਢ ਕੇ ਤਪ ਨਾ ਕੀਤਾ, ਸਾਧਨਾ ਨਾ ਕੀਤੀ, ਕਿਤੇ ਇਕਾਂਤ ਸ਼ਾਂਤ ਭੋਰਿਆਂ ਜੰਗਲਾਂ ਗੁਫਾਵਾਂ ਵਿੱਚ ਨਾ ਗਏ, ਫਿਰ ਅਸੀਂ ਰੱਬ ਕਿੱਥੇ ਪਾਵਾਂਗੇ? ਲੋਕਾਂ ਦੀ ਮਨੌਤ ਹੁੰਦੀ ਸੀ ਨਾ ਜੀ ਵੀ ਜਿਹੜੇ ਰੱਬ ਦੇ ਢੰਡਾਊ ਨੇ ਉਹ ਕੰਮਕਾਜ ਛੱਡ ਕੇ ਜੰਗਲਾਂ ਗੁਫਾਵਾਂ ਬਣਾ ਵਿੱਚ ਬਹਿੰਦੇ ਆ। ਤੇ ਮੇਰੇ ਦਾਤਾ ਜੀ ਨੇ ਨਾ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਸੀ। ਗੁਰੂ ਪਾਤਸ਼ਾਹ ਜੀ ਨੇ ਬਾਹੋਂ ਫੜ ਕੇ ਜਿਵੇਂ ਸਾਨੂੰ ਕਹਿ ਰਹੇ ਹੋਣ, ਕਿੰਨਾ ਪਿਆਰੀਆਂ ਗੱਲਾਂ ਕਰਦੇ ਜੀ ਗੁਰੂ ਤੇਗ ਬਹਾਦਰ ਜੀ, ਹਾਜ਼ਰ ਨਾਜ਼ਰ ਗੱਲਾਂ ਕਰੀਏ ਮਹਾਰਾਜ ਦੇ ਨਾਲ। ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਉੱਥੇ ਬੈਠ ਕੇ ਨਾ ਜੀ ਪਿੰਡ ਵਿੱਚ, ਤੇ ਪਿੰਡ ਦੇ ਲੋਕਾਂ ਦੇ ਨਾਲ ਇਦਾਂ ਮਹਾਰਾਜ ਨੇ ਬਾਤਾਂ ਕੀਤੀਆਂ। ਕਹਿੰਦੇ ਕਾਹਦੇ ਵਾਸਤੇ ਜਾਣਾ ਜੀ ਬਣਾ ਵਿੱਚ? ਕਹਿੰਦੇ ਜੀ ਅਸੀਂ ਪਾ ਨਹੀਂ ਸਕਦੇ, ਅਸੀਂ ਤੇ ਤਪ ਨਹੀਂ ਕਰ ਸਕਦੇ, ਅਸੀਂ ਤੇ ਬਣਾ 'ਚ ਨਹੀਂ ਜਾ ਸਕਦੇ, ਅਸੀਂ ਤੇ ਕੰਮ ਕਰਨ ਵਾਲੇ ਆ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਦਾਂ ਹੀ ਤੇ ਪਾਉਣਾ ਹੈ, ਬਸ ਪ੍ਰੇਮ ਧਾਰਿਓ, ਤੁਹਾਡੇ ਪਿੱਛੇ ਪਿੱਛੇ ਜਿਹਨੂੰ ਰੱਬ ਕਹਿੰਦੇ ਉਹਨਾਂ ਮਗਰ ਮਗਰ ਤੁਰਿਆ ਫਿਰੇ। ਤੋ ਇਹ ਕਿੱਡਾ ਵੱਡਾ ਪਰਉਪਕਾਰ। ਸਾਹਿਬ ਨੇ ਕਿਹਾ ਨਹੀਂ, ਤੁਹਾਨੂੰ ਕਿਤੇ ਬਣਾ 'ਚ ਭਟਕਣ ਦੀ ਲੋੜ ਨਹੀਂ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੇ ਇਦਾਂ ਨਿਰੰਤਰ ਵਸਿਆ ਜਿਵੇਂ ਫੁੱਲਾਂ 'ਚ ਖੁਸ਼ਬੂ, ਬਸ ਮਾੜਾ ਜਿਹਾ ਉਧਰ ਆਕਰਸ਼ਿਤ ਹੋਣਾ, ਉਧਰ ਮੁੱਖ ਮੋੜਨਾ, ਬਸ ਉਧਰ ਨੂੰ ਰੁੱਖ ਕਰਨ ਦੀ ਲੋੜ ਹੈ ਤੇ ਆਪੇ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਜੀ। ਇਦਾਂ ਹੀ ਜਿੱਦਾਂ ਰੁੱਖ ਬਦਲਿਆ, ਰੱਬ ਤੇ ਹਾਜ਼ਰ ਹੀ ਹੈ। ਕਹਿੰਦੇ ਹੈ ਕਿੱਥੇ ਦੂਰ ਆ। ਪੋਹਪ ਮਦ ਫੁੱਲਾਂ ਦੇ ਵਿੱਚ, ਮਦ ਮਤਲਬ ਵਿੱਚ, ਪੋਹਪ ਵਿੱਚ, ਫੁੱਲਾਂ ਵਿੱਚ। ਪੋਹਪ ਮਦ ਜਿਉਂ ਬਾਸ ਬਸਤ ਹੈ, ਖੁਸ਼ਬੂ ਵਸੀ ਹੋਈ ਹੈ ਨਾ ਜੀ। ਕਿੱਦਾਂ ਵਸੀ ਹੈ? ਨਿਰੰਤਰ ਵਸੀ ਹੋਈ ਹੈ, ਜੁਦਾ ਕੀਤਾ ਹੀ ਨਹੀਂ ਜਾ ਸਕਦਾ ਫੁੱਲ ਤੋਂ ਖੁਸ਼ਬੂ ਨੂੰ ਜੁਦਾ। ਹਾਂ, ਸ਼ਰਤ ਇਹ ਹੈ ਕਿ ਫੁੱਲ ਓਰੀਜਨਲ ਹੋਵੇ, ਫੁੱਲ ਨਕਲੀ ਨਾ ਹੋਵੇ, ਜੀਵਨ ਸਾਡਾ ਨਕਲੀ ਨਾ ਹੋਵੇ, ਜੀਵਨ ਅਸਲੀ ਹੋਵੇ। ਤੇ ਜਿਵੇਂ ਫੁੱਲ 'ਚ ਖੁਸ਼ਬੂ ਹੈ ਨਾ, ਇਦਾਂ ਅਸਲੀ ਜੀਵਨ ਵਿੱਚ ਰੱਬ ਬੈਠਾ ਹੋਇਆ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਹਿ ਜੈਸੇ ਛਾਈ। ਬਸ ਸਾਹਮਣੇ ਹੋਣ ਦੀ ਲੋੜ ਹੈ, ਸ਼ੀਸ਼ੇ 'ਚ ਸਾਨੂੰ ਬਿੰਬ ਦਿਸ ਜਾਣਾ, ਸਾਹਮਣੇ ਤੋਂ ਹੋ ਕੇ ਵੇਖ। ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਤੇ ਅਗਲੀ ਬੜੀ ਕਮਾਲ ਦੀ ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਬਾਹਰ ਭੀਤਰ ਇੱਕੋ ਜਾਣੈ। ਉਹੀ ਸਾਰੇ ਕਣ ਕਣ ਵਿੱਚ, ਜ਼ਰਰੇ ਜ਼ਰਰੇ ਵਿੱਚ, ਬ੍ਰਹਿਮੰਡ ਵਿੱਚ, ਕਾਇਨਾਤ ਵਿੱਚ ਉਹੀ ਹੈ ਤੇ ਉਹੀ ਤੇਰੇ ਅੰਦਰ ਵਸਿਆ ਹੋਇਆ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੂੰ ਬਣਾ 'ਚ ਜਾ, ਸਾਡੇ ਲਈ ਸੌਖਾ ਰਾਹ ਦਿੱਤਾ, ਬਸ ਪ੍ਰੇਮ ਮਾਰਗ ਹੈ। ਮਹਾਰਾਜ ਨੇ ਨਾ ਲਗਭਗ ਉਂਗਲਾਂ ਤੇ ਗਿਣੋਗੇ ਸ਼ਾਇਦ 19 ਨੁਕਤੇ ਬਣਦੇ ਆ। ਸਤਿਗੁਰੂ ਜੀ ਨੇ ਵਾਹਿਗੁਰੂ ਰੱਬ ਬਣਨ ਦੇ ਨੁਕਤੇ, ਮੈਂ ਕਹਾਂਗਾ ਰੱਬ ਬਣਨ ਦੇ ਨੁਕਤੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰਹੇ। ਕਹਿੰਦੇ ਅੰਦਰ ਬਾਹਰ ਪਰਮੇਸ਼ਰ ਹੈ, ਤੂੰ ਉਧਰ ਨੂੰ ਰੁੱਖ ਕਰਕੇ ਵੇਖ, ਬਾਹਰ ਭੀਤਰ ਇੱਕੋ ਜਾਣੈ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਆਪਣੇ ਪਿੰਡਾਂ ਵਾਲਿਆਂ ਦੇ ਸਮਝ ਆਉਣ ਵਾਲੀ ਗੱਲ ਹੈ। ਕਾਈ ਕੀ ਹੁੰਦੀ ਹੈ ਜੀ?
ਛੱਪੜ ਦੇ ਉੱਤੇ ਜੰਮ ਜਾਂਦਾ ਨਾ ਜੋ ਮਿੱਟੀ ਘੱਟਾ, ਮੋਟੀ ਜੀ ਪਰਤ ਜੰਮ ਜਾਂਦੀ ਤੇ ਉਹਨੂੰ ਕਹਿੰਦੇ ਹੁੰਦੇ ਸੀ ਕਾਈ ਜੰਮ ਗਈ। ਹੁਣ ਉਹ ਕਾਈ ਜੰਮੀ ਇਦਾਂ ਲੱਗਦੀ ਹੈ ਵੀ ਜਿਵੇਂ ਪਾਣੀ ਹੈ ਹੀ ਨਹੀਂ ਥੱਲੇ, ਐਂ ਲੱਗਦਾ ਵੀ ਇਹ ਧਰਤੀ ਹੈ। ਕਈ ਵਾਰੀ ਭੁਲੇਖਾ ਲੱਗ ਜਾਂਦਾ। ਅਸੀਂ ਛੋਟੇ ਹੁੰਦੇ ਸੀ ਤੇ ਇੱਕ ਬੰਦਾ ਬਾਹਰੋਂ ਆਇਆ, ਉਹਨੂੰ ਭੁਲੇਖਾ ਲੱਗ ਗਿਆ ਛੱਪੜ ਦੇ ਵਿੱਚ, ਉਹਨੇ ਸਾਈਕਲ ਉਤਾਰ ਦਿੱਤਾ। ਥੋੜਾ ਜਿਹਾ ਨਜ਼ਰ ਦਾ ਫਰਕ ਹੋਏਗਾ, ਉਹਨੂੰ ਐ ਲੱਗਿਆ ਧਰਤੀ ਹੈ ਪਰ ਥੱਲੇ ਪਾਣੀ ਸੀ। ਗੁਰੂ ਸਾਹਿਬ ਜੀ ਨੇ ਬਚਨ ਵਰਤਿਆ, ਮਹਾਰਾਜ ਕਹਿੰਦੇ ਕਾਈ ਜੰਮ ਜਾਏ ਤੇ ਜਿੰਨੀ ਦੇਰ ਕਾਈ ਨਾ ਟੁੱਟੇ, ਪਰਦਾ ਨਾ ਟੁੱਟੇ, ਉਨੀ ਦੇਰ ਪਾਣੀ ਨਹੀਂ ਪ੍ਰਗਟ ਹੁੰਦਾ। ਆਪਣੇ ਆਪ ਨੂੰ ਚੀਨ, ਆਪਣੇ ਆਪ ਨੂੰ ਪਹਿਚਾਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੀ ਬਿਰਤੀ ਨੂੰ ਅੰਤਰਮੁਖੀ ਬਣਾਉਂਦੇ। ਸਾਧ ਸੰਗਤ ਕਹਿੰਦੇ ਰੱਬ ਹੈ ਤੇਰੇ ਨਾਲ, ਅੰਦਰ ਵਸਿਆ ਹੋਇਆ ਤੇਰੇ, ਤੇ ਤੂੰ ਜਦੋਂ ਆਪਣੇ ਆਪ ਨੂੰ ਚੀਨ ਲਿਆ ਤੇ ਕਾਈ ਟੁੱਟ ਜਾਣੀ ਹੈ, ਪਰਦਾ ਟੁੱਟ ਜਾਣਾ, ਜਿਹੜਾ ਮੋਟਾ ਜੀ ਤਹਿ ਜੰਮੀ ਹੈ ਤੇ ਥੱਲਿਓਂ ਪਾਣੀ ਨਿਕਲ ਆਉਣਾ। ਇਸੇ ਤਰ੍ਹਾਂ ਇਹ ਪਰਦਾ ਟੁੱਟਿਆ ਤੇ ਬਾਕੀ ਜੋ ਬਚਿਆ, ਭਰਮ ਦਾ ਪਰਦਾ ਜਦੋਂ ਟੁੱਟਿਆ, ਬਾਕੀ ਜੋ ਪ੍ਰਗਟ ਹੋਇਆ ਉਹ ਰੱਬ ਹੈ। ਸਾਧ ਸੰਗਤ ਮਹਾਰਾਜ ਨੇ 19 ਨੁਕਤੇ ਦਿੱਤੇ ਸਾਨੂੰ। ਸਾਧ ਸੰਗਤ ਇਦਾਂ ਵਾਹਿਗੁਰੂ ਵਿੱਚ ਲੀਨ ਹੋ ਜਾਓਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸੌਖਾ ਬੜਾ ਹੈ। ਇਦਾਂ ਰੱਬ ਵਿੱਚ ਲੀਨ ਹੋ ਜਾਓਗੇ ਜਿਵੇਂ ਪਾਣੀ 'ਚ ਪਾਣੀ ਮਿਕਸ ਹੁੰਦਾ ਹੈ ਤੇ ਜੁਦਾ ਹੀ ਨਹੀਂ ਕੋਈ ਕਰ ਸਕਦਾ, ਪਹਿਚਾਨ ਵਖਰੇਵਾ ਰਹਿ ਹੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇਦਾਂ ਤੁਸੀਂ ਰੱਬ ਵਿੱਚ ਲੀਨ ਹੋਵੋਗੇ। ਬਸ ਇਹ ਨੁਕਤੇ ਧਿਆਨ 'ਚ ਰੱਖਿਓ। ਪਹਿਲੀ ਕੀ, ਇਹਨੂੰ ਜੇ ਵਾਕਈ ਜ਼ਿੰਦਗੀ 'ਚ ਅਸੀਂ ਸਮਝਣਾ ਸ਼ੁਰੂ ਕਰ ਦਈਏ ਨਾ ਜੀ, ਕਮਾਉਣਾ, ਸਾਡੀ ਜ਼ਿੰਦਗੀ ਦੇ ਰੋਣੇ ਮੁੱਕ ਜਾਣਗੇ। ਸਾਧ ਸੰਗਤ ਮੈਂ ਕਹਿੰਦਾ ਆਧਾਰ ਬਣਾ ਲਈਏ ਇੱਕ ਸ਼ਬਦ ਹੀ। ਵੈਸੇ ਮਹਾਰਾਜ ਨੇ 59 ਸ਼ਬਦ ਤੇ 57 ਸ਼ਲੋਕ ਨੇ, ਬਾਣੀ ਰੱਜ ਕੇ ਪੜੋ। ਪਰ ਜੇ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਇੱਕ ਨੇ ਕਲਾ ਵਰਤਾ ਦੇਣੀ ਹੈ, ਸਾਡਾ ਜਿਹੜੇ ਗੇੜਿਆਂ ਦਾ ਕੰਮ ਹੈ ਨਾ ਜੀ, ਉਹ ਮੁੱਕ ਜਾਣਾ। ਫਿਰ ਬਹੁਰ ਜਨਮ ਨਾ ਆਵਾ। ਕਿੰਨੀ ਸ਼ਾਂਤ ਹੋ ਜਾਏਗੀ ਜ਼ਿੰਦਗੀ, ਕਿੰਨੇ ਝਗੜੇ ਮੁੱਕ ਜਾਣਗੇ ਜ਼ਿੰਦਗੀ ਵਿੱਚੋਂ ਜੀ, ਜੇ ਇਹ ਪੁਆਇੰਟ ਸਤਿਗੁਰੂ ਜੀ ਦੇ ਅਸੀਂ ਸਮਝ ਲਈਏ। ਪਹਿਲੀ ਗੱਲ, ਦੁੱਖ ਮੈਂ ਦੁੱਖ ਨਹੀਂ ਮੰਨਣਾ। ਇੱਕ ਇੱਕ ਨੁਕਤਾ ਜੀ ਧਿਆਨ ਨਾਲ ਸੁਣੋ। ਜੋ ਨਰ, ਹੁਣ ਇੱਥੇ ਬਰਾਦਰੀ ਦੀ ਗੱਲ ਨਹੀਂ ਕੀਤੀ ਜੀ, ਇਲਾਕੇ ਦੀ ਗੱਲ ਨਹੀਂ ਕੀਤੀ, ਰੰਗ ਨਸਲ ਦੀ ਗੱਲ ਨਹੀਂ ਕੀਤੀ। ਜੋ ਮਤਲਬ ਐ ਨਹੀਂ ਹੋ, ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਜਿਹੜਾ ਇਸ ਸਿੱਖਿਆ ਨੂੰ ਕਮਾ ਗਿਆ ਉਹ ਰੱਬ ਹੋ ਗਿਆ। ਸਾਰੀ ਕਾਇਨਾਤ ਵਾਸਤੇ ਦਰਵਾਜ਼ਾ ਖੋਲਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਮੈਂ ਤਾਂ ਥਾਂ ਥਾਂ ਤੇ ਬੇਨਤੀ ਕਰਦਾ, ਸਤਿਕਾਰਯੋਗ ਜ਼ਿੰਮੇਵਾਰ ਕੌਮ ਦੀ ਸੰਸਥਾ ਦੇ ਮੈਂਬਰ ਸਾਹਿਬ ਬੈਠੇ ਆ। ਦੋ ਚੁਣੌਤੀਆਂ ਦਾ ਸਾਨੂੰ ਬੜੀ ਸੂਖਮਤਾ ਨਾਲ ਸਾਹਮਣਾ ਕਰਨ ਦੀ ਲੋੜ ਹੈ, ਖਾਸ ਕਰਕੇ ਸ਼ਤਾਬਦੀ ਦੇ ਨਾਂ ਉੱਤੇ। ਕਈ ਵਾਰੀ ਨਾ ਸਾਨੂੰ ਲੱਗਦਾ ਵੀ ਵੇਖੋ ਜੀ ਸਾਡਾ ਸਾਥ ਦਿੱਤਾ ਜਾ ਰਿਹਾ, ਪਰ ਹਕੀਕਤ ਕੁਝ ਹੋਰ ਹੁੰਦੀ ਹੈ। ਸੁਚੇਤ ਹੋਇਓ। ਪਹਿਲੀ ਚੁਣੌਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਾਨ ਜੀਵਨ ਨੂੰ, ਮਹਾਨ ਕਰਨੀ ਨੂੰ ਕਿਸੇ ਧਰਤੀ ਦੇ ਟੁਕੜੇ ਦੇ ਵਲਗਣ ਵਿੱਚ ਬੰਨ ਕੇ ਨਹੀਂ ਵੇਖਣਾ ਵੀ ਇੰਨੀ ਕੁ ਧਰਤੀ ਵਾਸਤੇ, ਇੰਨੇ ਕੁ ਰਾਸ਼ਟਰ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੀ ਸਿੱਖਿਆ, ਉਹਨਾਂ ਦੀ ਬਖਸ਼ਿਸ਼, ਉਹਨਾਂ ਦੀ ਘਾਲਣਾ, ਉਹਨਾਂ ਦੀ ਦੇਣ, ਇਹਨੂੰ ਆਪਣੀ ਸੌੜੀ ਸੋਚ ਦੇ ਅਧੀਨ ਅਸੀਂ ਖਿੱਤਿਆਂ 'ਚ ਨਾ ਬੰਨੀਏ ਵੀ ਇਹ ਰਾਸ਼ਟਰ ਵਾਸਤੇ ਕੁਰਬਾਨੀ ਕੀਤੀ। ਸਾਡਾ ਇਤਿਹਾਸ, ਇਹ ਪਤਾ ਨਹੀਂ ਸ਼ਬਦ ਕਿੱਥੋਂ ਆਇਆ ਸਾਡੇ 'ਚ, ਮੈਨੂੰ ਪਤਾ ਨਹੀਂ, ਜਿਹੜਾ ਕਈ ਵਾਰੀ ਜ਼ਿੰਮੇਵਾਰ ਲੋਕ ਵੀ ਵਰਤਣ ਲੱਗ ਪੈਂਦੇ। ਹਿੰਦ ਦੀ ਚਾਦਰ, ਹਿੰਦ ਦਾ ਵਜੂਦ ਉਸ ਵੇਲੇ ਕੀ ਸੀ, ਉਸ ਤੋਂ ਬਾਅਦ ਕੀ ਹੋਇਆ, ਅੱਜ ਕੀ ਹੈ, ਤੇ ਜੋ ਕੁਝ ਸਾਡੇ ਸਾਹਮਣੇ ਹੋ ਰਿਹਾ ਇਸ ਤੋਂ ਬਾਅਦ ਕੀ ਹੋਏਗਾ। ਇਹ ਰੂਪ ਪਹਿਲਾਂ ਸੀ ਜੋ ਅੱਜ ਹੈ। ਮੈਂ ਦਾਅਵੇ ਨਾਲ ਕਹਿੰਦਾ ਕਿ ਜਿਸ ਤਰ੍ਹਾਂ ਦਾ ਸਿਸਟਮ ਅਸੀਂ ਬਣਾ ਦਿੱਤਾ ਦੇਸ਼ ਦਾ, ਜਿਹੜੇ ਬੈਠੇ ਉੱਪਰਲੀ ਕਤਾਰ ਵਿੱਚ, ਇਹਦਾ ਇਹ ਰੂਪ ਰਹਿਣਾ ਨਹੀਂ ਹੈ। ਇਸ ਵਾਸਤੇ ਇਹ ਰਾਸ਼ਟਰ ਬੰਦਿਆਂ ਨੇ ਬਣਾਏ ਹੋਏ ਆ, ਇਹ ਖਿੱਤੇ ਬੰਦਿਆਂ ਦੇ ਬਣਾਏ ਹੋਏ ਆ। ਗੁਰੂ ਦੇ ਉਪਦੇਸ਼ ਨੂੰ ਕਿਸੇ ਵਲਗਣ 'ਚ ਨਹੀਂ ਬੰਨਿਆ ਜਾ ਸਕਦਾ। ਤਾਂ ਕਵੀ ਸੈਨਾਪਤੀ ਨੇ ਲਿਖਿਆ ਸੀ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਉਹ ਸਾਰੀ ਸ੍ਰਿਸ਼ਟੀ ਵਾਸਤੇ
ਇੱਕ ਉਹ ਪਰਦਾ ਨੇ ਜਿਹੜੇ ਲਾਜ ਰੱਖਦੇ ਨੇ, ਪੱਤ ਰੱਖਦੇ ਨੇ, ਜਿਹੜੇ ਤਪਸ਼ ਤੋਂ ਬਚਾ ਰਹੇ ਨੇ, ਦੁੱਖਾਂ ਤੋਂ ਬਚਾ ਰਹੇ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ। ਇੱਕ ਖਿੱਤੇ ਲਈ ਨਹੀਂ, ਇੱਕ ਫਿਰਕੇ ਲਈ ਨਹੀਂ। ਇਹ ਦੋ ਗੱਲਾਂ ਧਿਆਨ 'ਚ ਰੱਖਣੀਆਂ। ਕਈ ਵਾਰੀ ਅਸੀਂ ਨਾ ਸੈਕੂਲਰ ਬਣਦੇ ਹਾਲਾਤਾਂ ਨਾਲ ਸਮਝੌਤਾ ਕਰਕੇ ਚੁੱਪ ਕਰ ਜਾਂਦੇ ਆ। ਇਹ ਵੱਡੀ ਅਵੱਗਿਆ ਹੋਏਗੀ ਕਿ ਇਹ ਪ੍ਰਚਾਰਨਾ ਕਿ ਗੁਰੂ ਸਾਹਿਬ ਜੀ ਇੱਕ ਫਿਰਕੇ ਦੇ ਹੱਕ ਵਿੱਚ ਸਨ, ਉਹਦੀ ਰਾਖੀ ਵਾਸਤੇ ਕੁਰਬਾਨੀ ਦੇ ਰਹੇ ਨੇ, ਦੂਜੇ ਫਿਰਕੇ ਨਾਲ ਵਿਰੋਧ ਹੈ। ਨਹੀਂ ਜੀ, ਇਹ ਸਦਾ ਹੀ ਸਿੱਖ ਸਿਧਾਂਤ ਦਾ ਹਿੱਸਾ ਰਿਹਾ ਕਿ ਜ਼ੁਲਮ ਦਾ ਵਿਰੋਧ ਹੈ, ਧਰਮ ਦੀ ਰਾਖੀ ਹੈ। ਕਿਸੇ ਇੱਕ ਫਿਰਕੇ ਨਾਲ ਵਿਰੋਧ ਨਹੀਂ ਹੈ, ਕਿਸੇ ਇੱਕ ਫਿਰਕੇ ਦੀ ਰਾਖੀ ਨਹੀਂ। ਜ਼ੁਲਮ ਕਿਸੇ ਦੇ ਵੀ ਹੋਵੇਗਾ, ਸਾਨੂੰ ਇਹੀ ਸਿੱਖਿਆ ਦਿੱਤੀ, ਅਸੀਂ ਜ਼ੁਲਮ ਦੇ ਵਿਰੁੱਧ ਖੜਨਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਨੀ ਨੂੰ ਨਾ ਤੇ ਕਿਸੇ ਖਿੱਤੇ ਨਾਲ ਜੋੜਿਆ ਜਾਵੇ, ਨਾ ਫਿਰਕੇ ਨਾਲ ਜੋੜਿਆ ਜਾਵੇ। ਇਸ ਲਈ ਉਹਨਾਂ ਨੇ ਕਿਹਾ ਜੋ ਨਰ, ਉਹ ਜੋ ਵਿੱਚ ਕੋਈ ਵੀ ਹੋ ਸਕਦਾ ਹੈ, ਉੱਤਰ ਦੱਖਣ ਪੂਰਬ ਪੱਛਮ ਦਾ, ਮੁਸਲਮਾਨ ਦੇ ਘਰ 'ਚ ਜੰਮਿਆ, ਹਿੰਦੂ ਦੇ ਘਰ 'ਚ ਜਨਮਿਆ, ਕਿਸੇ ਦੇ ਵੀ ਘਰ 'ਚ ਜਨਮਿਆ ਹੋਵੇ, ਜੋ ਮਤਲਬ ਐ ਨਹੀਂ, ਉਹ ਜਿਹੜਾ ਵੀ, ਉਹਨੂੰ ਇਸ ਸਤਾ ਤੇ ਪਹੁੰਚਣਾ ਪਏਗਾ, ਇੰਨਾ ਅੰਦਰੋਂ ਸਟਰੋਂਗ ਹੋਣਾ ਪਏਗਾ, ਇੰਨੀ ਅੰਦਰ ਸਥਿਰਤਾ ਚਾਹੀਦੀ ਹੈ। ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਜਿਹੜਾ ਨਾ, ਸੱਚ ਪੁੱਛੋ ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਉਂਗਲੀ ਹੈ। ਜੇ ਜਿਵੇਂ ਉਂਗਲੀ ਫੜ ਕੇ ਬੱਚਾ ਪਿਓ ਨਾਲ ਤੁਰਦਾ ਮੰਜ਼ਲ ਤੇ ਪਹੁੰਚ ਜਾਂਦਾ ਨਾ ਜੀ, ਇਦਾਂ ਹੀ ਜਿੱਦਣ ਤੁਸੀਂ ਸ਼ਬਦ ਫੜ ਲਿਆ, ਉਦਣ ਸਤਿਗੁਰੂ ਜੀ ਕਿਹੜੀ ਮੰਜ਼ਿਲ ਤੇ ਲੈ ਕੇ ਜਾਣਗੇ? ਪਾਣੀ ਸੰਗ ਪਾਣੀ ਵਾਂਗ ਤੁਹਾਨੂੰ ਰੱਬ 'ਚ ਲੀਨ ਕਰ ਦੇਣਾ। ਪਰ ਦੁਖਾਂਤ ਕੀ ਹੈ ਕਿ ਮੱਥਾ ਟੇਕਦੇ ਆ, ਮੇਲੇ ਲੱਗਦੇ ਆ, ਲੰਗਰ ਛਕਦੇ ਆ, ਸ਼ਬਦ ਨਹੀਂ ਫੜਿਆ ਜਾਂਦਾ। ਸ਼ਬਦ ਹੀ ਤੇ ਉਂਗਲੀ ਹੈ, ਸ਼ਬਦ ਹੀ ਤੇ ਵਜੂਦ ਹੈ, ਸ਼ਬਦ ਹੀ ਤੇ ਸਰੂਪ ਹੈ। ਤੇ ਜਿੰਨੀ ਦੇਰ ਇਸ ਸਰੂਪ ਨੂੰ ਨਹੀਂ ਵੇਖਦੇ, ਇਸ ਉਂਗਲੀ ਨੂੰ ਨਹੀਂ ਫੜਦੇ, ਉਨੀ ਦੇਰ ਅਸੀਂ ਮੰਜ਼ਿਲ ਤੋਂ ਭਟਕੇ ਹੋਏ ਹਾਂ। ਸਾਧ ਸੰਗਤ ਜੀ, ਸਾਡੀ ਹਾਲਤ ਪਤਾ ਕਿੱਦਾਂ ਦੀ ਹੈ ਜੀ? ਬੱਚਾ ਫਿਰਦਾ ਨਾ ਜੀ ਮੇਲੇ 'ਚ, ਤੇ ਬੱਚਾ ਸੋਚਦਾ ਵੀ ਮੇਲੇ ਦੀਆਂ ਰੌਣਕਾਂ ਬੜੀਆਂ ਕਮਾਲ ਦੀਆਂ ਜੀ, ਝੂਲੇ ਲੱਗੇ ਆ, ਮਠਿਆਈਆਂ ਨੇ, ਦੁਕਾਨਾਂ ਨੇ, ਖਿਲੌਣੇ ਨੇ, ਰੰਗ ਤਮਾਸ਼ੇ ਨੇ, ਤੇ ਉਹ ਬੜਾ ਖਿੜ ਕੇ ਹੱਸਦਾ, ਤੇ ਉਹਦੀ ਖੁਸ਼ੀ ਦਾ ਪਾਰਾਵਾਰ ਮੇਲਾ ਵੇਖਣ ਦਾ ਬੜਾ ਸ਼ੌਂਕ ਹੁੰਦਾ ਸੀ। ਹੁਣ ਤੇ ਰੋਜ਼ ਹੀ ਮੇਲੇ ਬੱਚਿਆਂ ਵਾਸਤੇ, ਰੋਜ਼ ਬਾਜ਼ਾਰ ਸੱਜੇ ਹੋਏ ਆ। ਤੇ ਜਦੋਂ ਪਿਛੋਕੜ ਦੀ ਗੱਲ ਕਰਦੇ ਆ ਤੇ ਕਿੱਥੇ ਲੈ ਕੇ ਸ਼ਹਿਰ ਜਾਂਦੇ ਸੀ ਮਾਪੇ ਜੀ, ਕਿਤੇ ਸਾਲ ਛਮਾਈ ਮੇਲਾ ਹੋਣਾ, ਤੇ ਮੇਲੇ ਦੀਆਂ ਰੌਣਕਾਂ ਵੇਖ ਕੇ, ਝੂਲੇ ਵੇਖ ਕੇ, ਭੰਗੂੜੇ ਵੇਖ, ਹੁਣ ਤੇ ਪਾਰਕ ਸਜੇ ਹੋਏ ਆ ਜੀ। ਹੁਣ ਬੱਚਾ ਇਸ ਮੇਲੇ ਦੇ ਰੰਗ ਤਮਾਸ਼ੇ 'ਚ ਇੰਨਾ ਡੁੱਬਿਆ ਵੀ ਇਹਨੂੰ ਚੇਤਾ ਭੁੱਲ ਗਿਆ ਵੀ ਮੈਂ ਬਾਪੂ ਦੀ ਉਂਗਲ ਫੜੀ ਸੀ, ਮੇਲਾ ਵੇਖ ਰਿਹਾ ਸੀ। ਇਹਨੇ ਸੋਚਿਆ ਵੀ ਇਹ ਮੇਲਾ ਮੈਨੂੰ ਖੁਸ਼ੀ ਦੇ ਰਿਹਾ। ਬੱਚਾ ਸੋਚਦਾ ਕਿ ਮੇਲੇ ਦੇ ਰੰਗ ਤਮਾਸ਼ੇ ਮੈਨੂੰ ਖੁਸ਼ੀ ਦੇ ਰਹੇ, ਤੇ ਉਹਦੇ 'ਚ ਗਵਾਚੇ ਦੇ ਨਾ ਬਾਪੂ ਦੀ ਉਂਗਲ ਛੱਡ। ਜਦੋਂ ਉਂਗਲ ਛੁੱਟੀ, ਭੀੜ ਦਾ ਧੱਕਾ ਵੱਜਿਆ, ਗਵਾਚ ਗਿਆ। ਤੇ ਹੁਣ ਚੀਕਾਂ ਮਾਰ ਕੇ ਬੱਚਾ ਰੋਂਦਾ। ਹੁਣ ਪਤਾ ਲੱਗਿਆ ਵੀ ਖੁਸ਼ੀ ਮੇਲੇ ਦੀਆਂ ਰੌਣਕਾਂ ਵਿੱਚ ਨਹੀਂ ਸੀ, ਖੁਸ਼ੀ ਬਾਪੂ ਦੀ ਉਂਗਲੀ ਫੜੀ ਸੀ। ਬਸ ਇੰਨਾ ਕੁ ਸਮਝ ਲਈ। ਅਸੀਂ ਮੇਲਾ ਵੇਖਦੇ ਗਵਾਚ ਚੱਲੇ ਆ, ਉਂਗਲੀ ਛੱਡ ਰਹੇ ਆ। ਸਾਧ ਸੰਗਤ, ਉਂਗਲੀ ਹੈ ਗੁਰੂ ਦਾ ਸ਼ਬਦ। ਘੁੱਟ ਕੇ ਪਕੜ ਕੇ ਰੱਖਿਓ, ਸ਼ਬਦ ਨਾਲੋਂ ਸਾਡਾ ਨਾਤਾ ਨਾ ਟੁੱਟੇ। ਯਤਨ ਕੀਤੇ ਜਾ ਰਹੇ ਆ ਸਾਨੂੰ ਤਸਵੀਰਾਂ ਦੇ ਲੜ ਲਾਉਣ ਵਾਲਿਆਂ ਵੱਲੋਂ। ਸ਼ਬਦ ਗਾਇਬ ਹੋ ਗਿਆ ਸਾਡੇ ਘਰਾਂ ਚੋਂ, ਤੇ ਅਸੀਂ ਚਿੱਤਰ ਦਾ ਧਿਆਨ ਧਰ ਕੇ ਬੈਠਣਾ ਸ਼ੁਰੂ ਕਰ ਦਿੱਤਾ। ਗੁਰੂ ਦਾ ਵਾਸਤਾ ਗੁਰਮੁਖੋ, ਬਾਣੀ ਤੋਂ ਬਿਨਾਂ ਠੰਡ ਨਹੀਂ ਪੈਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। तो महाराज जी शब्द के राही सानू लैके जाते उस अवस्था विच जिथे जाके दुख मैं भैनों ध्यान दो हो के लैके कहते हैं हाय साडे जिन्ना दुखी कोई नहीं है। गुरु साहब जी कहते दुख आउणगे जिंदगी मत ये सौदा करियो भी असीं गुरुद्वारे गए सी, झाड़ू लाया सी 40 दिन ते साडे हुण वो ठीक है। मेरा साहिब सुख दाता है, तुहानू आत्म विकास बख्शे, तुहाडी सुरत नू बलवान करे। पर महाराज जी कहंदे प्रिपेयर होना, अंदरों इन्ने स्ट्रोंग होना, इन्ने ताकतवर होना भी दुखां दे पहाड़ भी टुट पैण
दुख आना होर चीज़ है ते दुखी होना होर चीज़ है। बहुत सारे लोग तुसीं वेखोगे उन्हां कोल सुख है, जिन्हों असीं सुख समझते हैं, सुख है, पर जे नेड़े हो के वेखोगे ना वो कहणगे कित्थे सुखी कित्थे आ मैं भरावा। कोठी है, बंगला है, कार है, औलाद है, पर जे नेड़े हो के वेखोगे कहोगे हो मेरे जिन्ना ते दुखी कोई नहीं। सुख है पर सुखी नहीं हैं। सतगुरु जी कहते दुख दुखां दा हड़ टुट पए पर दुखी ना होवे, वो किदां हो सकता है जे आत्मा बलवान है। आरे हेठां बैठना पएगा ते बैठ जाओ, देग विच उबलना पएगा ते उबल जाओ, रूम विच सड़ना पएगा ते सड़ जाओ। शरीर झुलसिया गया, चमड़ी ने हड्डियां नूं छड्डिया, जिस्म दो फाड़ होया। ये नहीं कि पानी ठंडा हो गया, अग का सुभाव बदल गया, नहीं साध संगत जी। करिश्मा ये नहीं कि अग बर्फ वर्गी कर दी है, करिश्मा ये है कि सुरत इन्नी बलवान की है कि दुख मैं दुख नहीं माना तक पहुंचा दिता है। असी करामात किनू समझते हैं कि अग ठंडी कर दी करामात होगी, नहीं नहीं, ये करामात है कि बलवान कर दिता इन्ना सुरत नू कि दुखों के हड़ आ गए। वो कहते दुख है ही नहीं है, बस एको ही शर्त है कि साडा मुख गुर पिंजरे वल होवे। दुख कादे च है? गुरु तो मुख फेरने च, वो ना फेरे। दुख मैं है, दुख नहीं मानना, सुख स्नेह और भै नहीं जांके। हुण गिणदे जाओ ना साध संगत जी, सुखां दी लालसा बंदे दी जिंदगी नरक बन जाती। होर कमावांगा सुख लभेगा, होर दौड़ांगा सुख लभेगा, फिर वो लभ लभ के किते मेरे को सुख गुआच ना जावे, खुस ना जावे, चलिया ना जावे, फिर डर सताई जांदा। ना सुख दी लालसा, ना जिंदगी च कोई खुस जान दा भै। कंचन माटी मन है, अवस्था दी बात है। श्री गुरु तेग बहादुर महाराज जो दस रहे, किद्दां मन लोभी हो जाएगा जिहदे वास्ते सोने का ढेर ते मिट्टी के ढेर च फर्क ही कोई नहीं। ते मिट्टी दे भी कदी बुक भर भर के घर नूं लिआउंदे आ, क्यों ईमान डोलेगा? मिट्टी के ढेर वेख के ईमान डोलिया कदी? गुरु तेग बहादुर महाराज जी कहते सुरत इन्नी बलवान होवे कि सोना ते मिट्टी अंतर ही कोई नहीं। कंचन माटी मन है, नह निंदिया। हुण इदां ढालीए ना जी किते अपने आप नूं, वाहिगुरू करे किते गल बन जाए, नहीं ते ये मन की कहंदा उस्तत सुननी पसंद करता, निंदिया सुन के अग लग जाती है। नह निंदिया नह उस्तत जांकै, लोभ मोह अभिमाना हरख सोग ते रह न्यारो, नाहे मान अपमाना आसा मनसा सगल त्यागै, जग ते रह निराशा। निराशता का अर्थ उदास चेहरा नहीं साध संगत, मतलब आसां नूं मारना। कानू जग दियां आसां रखदा, जिन्नियां बंदा आसां रखदा ना जी, मापे औलाद तो क्यों दुखी है, बड़ियां आसां रखियां सी जी ये सुख देणगे, इन्हां ने सुख नहीं दिता। जिन्नियां आसां रखदा उन्ना ज्यादा दुखी हुंदा। मैं मित्र तो आस रखी सी, रिश्तेदार तो आस रखी सी, आस ही टुट गई, दिल दुखी हो गया। जग ते रह निराशा, काम क्रोध जिह परसै नाहिन, तिह घट ब्रह्म निवासा। ते ओदे वास्ते नाल मंगीए बख्शिश। हे गुरु तेग बहादुर पातशाह, एडी करड़ी बिखड़ी घाटी साडे कोलों चढ़िया नहीं जाना, तुसी साडे सिर ते हथ रखो, उंगली फड़ाओ, असीं तुहाडे पिछे पिछे तुर सकीए। ते जदों वो उंगली फड़ाउंदा ना किरपा रूप च वरत के, गुर किरपा जे नर को कीनी, तेह यह जुगत पछानी। इत्थे जुगत पुठे लटकण वाली नहीं, इत्थे जुगत साहां नूं घुमाउण वाली नहीं, भी साह किदां खिच्चना है ते साह किदां छड्डना है, चौंकड़ा किदां मारना है ते मूँह किहड़े पासे नूं करना है, ये जुगत नहीं। आ जिहड़े सानूं पॉइंट दिते ना जी, आत्मक अवस्था नूं उच्चे करन दे, सुरत नूं बलवान करन दे, ये जुगत है। ये जुगत भी अपने हथ नाल नहीं कमाई जानी। गुर किरपा जेह नर को कीनी, तेह यह जुगत पछानी। ते जिदन पछान लई उदन नानक लीन भयो गोबिंद सिंह, ज्यों पानी संग पानी। जिवें पानी च पानी मिक्स हुंदा, इदां रब विच लीन हो जाए।
ਵਾਹਿਗੁਰੂ ਵਿੱਚ ਲੀਨ ਹੋ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਲੜ ਫੜਿਓ ਔਰ ਸਾਧਨ ਕੀ ਹੈ ਜੀ? ਪ੍ਰੇਮ। ਜਦਨ ਪ੍ਰੇਮ ਹਿਰਦੇ ਚ ਵਸਿਆ ਸਭ ਥਾਈ ਹੋਏ ਸਹਾਈ। ਕੋਈ ਫਿਰਕਿਆਂ ਦੀਆਂ ਵੰਡੀਆਂ ਵਿਤਕਰੇ ਨਹੀਂ। ਮਹਾਰਾਜ ਇਹੀ ਪਿੰਡਾਂ ਤੋਂ ਦੀ ਜਦੋਂ ਤੁਰੇ ਜਾ ਰਹੇ ਸੀ ਨਾ ਜੀ, ਤੇ ਆਪ ਜੀ ਨੂੰ ਪਤਾ ਗੁਰੂ ਸਾਹਿਬ ਦੇ ਇਸੇ ਸਫ਼ਰ ਚ ਅੱਗੇ ਪਿੰਡ ਆਉਂਦਾ, ਉਹਦਾ ਨਾਂ ਸੀ ਸੈਫਾਬਾਦ। ਸੈਫ ਖਾਨ ਨੇ ਉੱਥੇ ਉਹ ਘਰ ਬਣਾਇਆ ਸੀ ਆਪਣਾ, ਬੀਆਬਾਨ ਹੀ ਸੀ ਉਦੋਂ। ਸੈਫ ਖਾਨ ਸ਼ਾਹਜਹਾਨ ਦਾ ਸਾਂਢੂ ਲੱਗਦਾ ਸੀ, ਔਰੰਗਜ਼ੇਬ ਦਾ ਮਾਸਟਰ ਲੱਗਦਾ ਸੀ, ਪਰ ਉਹਨੂੰ ਸੰਗਤ ਮਿਲ ਗਈ ਜੀ। ਧਿਆਨ ਦਿਓ ਗੁਰਮੁਖੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਦਰਯੋਗ ਕੀਰਤਨੀਏ ਮਹਾਰਾਜ ਦੀ ਬੜੀ ਬਖਸ਼ਿਸ਼ ਆ ਭਾਈ ਸ਼ੌਕੀਨ ਸਿੰਘ ਜੀ ਹੋਰਾਂ ਦੇ ਜਥੇ ਤੇ। ਇਹਨਾਂ ਨੇ ਸੰਗਤ ਕੀਤੀ ਭਾਈ ਗੁਰਮੇਜ ਸਿੰਘ ਜੀ ਹੋਰਾਂ ਦੀ, ਕੌਮ ਦਾ ਮਾਣ ਭਾਈ ਗੁਰਮੇਜ ਸਿੰਘ। ਉਹ ਗੁਰਮੁਖਾਂ ਦੀ ਸੰਗਤ ਸਦਕਾ ਬੜੀ ਬਾਣੀ ਵਾਹਿਗੁਰੂ ਜੀ ਨੇ ਕੰਠ ਕਰਾਈ ਹੈ। ਕੀਰਤਨ ਦੇ ਜਦੋਂ ਕਨਸੈਪਟ ਲੈਂਦੇ ਨੇ ਨਾ ਜੀ, ਇੱਕ ਵੱਖਰੇ ਜੀ ਮੰਡਲ ਵਿੱਚ ਸਾਨੂੰ ਲੈ ਕੇ ਜਾਂਦੇ ਆ ਬਾਣੀ ਜਦੋਂ ਸੁਣਾਉਂਦੇ। ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ। ਮੈਂ ਥੋੜੇ ਜਿਹੇ ਮਿੰਟ ਲੈ ਕੇ ਤੇ ਇੱਕ ਥੋੜੇ ਜਿਹੇ ਬਸ ਯਤਨ ਹੈ, ਕੋਸ਼ਿਸ਼ ਹੈ ਵੀ ਸਾਡੇ ਘਰ 'ਚ ਕਿੱਦਾਂ ਗੁਰੂ ਸਾਹਿਬ ਜੀ ਦੀ ਰਹਿਮਤ ਵਰਤੇ, ਅਸੀਂ ਕੁਝ ਇਸ ਤੋਂ ਸਿੱਖ ਕੇ ਚਲੇ ਜਾਈਏ। ਇੱਕੋ ਹੀ ਨੁਕਤਾ ਵੀ ਅਸੀਂ ਲੀਨ ਭਇਓ ਗੋਬਿੰਦ ਸਿਉ ਤੱਕ ਪਹੁੰਚ ਜਾਈਏ। ਸੈਫ ਖਾਨ ਨੂੰ ਸੰਗਤ ਮਿਲ ਗਈ ਜੀ, ਰੋਪੜ ਦੇ ਰਹਿਣ ਵਾਲੇ, ਮੂਸਾ ਰੋਪੜੀਆ ਕਹਿੰਦੇ ਉਹਨਾਂ ਨੂੰ। ਤੇ ਉਹ ਗੁਰੂ ਰੰਗ 'ਚ ਰੰਗੇ ਹੋਏ ਸੀ ਜੀ, ਖੁਦਾ ਕਰਦੇ ਸੀ, 5 ਵਕਤ ਦੇ ਨਵਾਜੀ। ਤਾਂ ਮੈਂ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਨੀ ਕੁਰਬਾਨੀ, ਉਹਨਾਂ ਦੀ ਵੱਡੀ ਦੇਣ ਨੂੰ ਫਿਰਕਿਆਂ ਤੇ ਮਜ਼ਹਬਾਂ ਨਾਲ ਜੋੜ ਕੇ ਨਹੀਂ ਵੇਖਣਾ। ਸਾਧ ਸੰਗਤ, ਉਹਨਾਂ ਨੂੰ ਸਭ ਪਿਆਰ ਕਰਦੇ ਨੇ ਜੀ, ਤੇ ਜਿਹੜੇ ਪਿਆਰ ਕਰਦੇ ਨੇ ਉੱਥੇ ਫਿਰ ਸਭ ਥਾਈ ਹੋਏ ਸਹਾਈ। ਸੈਫ ਖਾਨ ਘਰ ਬਣਾ ਕੇ ਉਡੀਕਦਾ, ਦਰਸ਼ਨ ਨਹੀਂ ਅਜੇ ਕੀਤੇ ਹੋਏ, ਉਹਨੂੰ ਜਾਣਦਾ ਨਹੀਂ, ਮਹਾਰਾਜ ਨੂੰ ਮਿਲਿਆ ਨਹੀਂ। ਬਸ ਇੱਕ ਨੁਕਤਾ ਸਮਝ ਚ ਆਇਆ ਸੀ, ਆਹੀ ਜਿਹੜਾ ਤੁਸੀਂ ਸੁਣ ਰਹੇ ਹੋ ਕਿ ਪਿਆਰ ਕਰੀਏ ਤੇ ਸਭ ਥਾਈ ਹੋਏ ਸਹਾਈ। ਮਹਾਰਾਜ ਹਾਜ਼ਰ ਹੋ ਜਾਂਦੇ ਆ। ਇੱਥੋਂ ਦੀ ਮਹਾਰਾਜ ਗੁਜ਼ਰਦੇ ਤੁਰੇ ਜਾਣ ਸਤਿਗੁਰ ਜੀ, ਤੇ 9 ਲੱਖੇ ਪਿੰਡ ਤੋਂ ਬਾਅਦ ਨਾ ਜਦੋਂ ਸਤਿਗੁਰ ਜੀ ਗਏ ਤੇ ਸੈਫ ਖਾਨ ਮਿਲ ਗਿਆ, ਕਹਿੰਦਾ ਜੀ ਆਓ ਮੈਂ ਉਡੀਕਦਾ। ਮੁਸਲਮਾਨ ਪ੍ਰੇਮੀ ਆ, ਘਰ ਇਹਨੇ ਬਣਾਇਆ ਬੜਾ ਸੋਹਣਾ, ਤੇ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਗਏ। ਸਾਧ ਸੰਗਤ, ਇੱਥੇ ਸਾਡੇ ਇਤਿਹਾਸ ਨੇ ਕਿਹਾ ਵੀ ਮਹਾਰਾਜ ਨੇ ਸੈਫ ਖਾਨ ਦੇ ਘਰ ਚਮਾਸਾ ਕੱਟਿਆ, ਲਗਭਗ 2.5 ਮਹੀਨੇ ਦਾ ਸਮਾਂ। ਬਰਸਾਤ ਤੋਂ ਬਾਅਦ ਸੌਣ ਭਾਦੋਂ ਦਾ ਜਿਹੜਾ ਸਮਾਂ ਹੁੰਦਾ, ਚਿੱਕੜ ਹੋ ਜਾਂਦੇ ਰਸਤਿਆਂ 'ਚ, ਉਹ ਮੱਛਰ ਡੰਗ ਸਾਇਰ ਭਰ ਸੁਪਰ ਵਾਲੀ ਅਵਸਥਾ ਬਣਦੀ, ਤੇ ਉਹਨਾਂ ਸਮਿਆਂ ਦਾ ਸਾਰਾ ਜਿਹੜਾ ਮੁਸਾਫਰ ਰੁਕ ਜਾਂਦੇ ਹੁੰਦੇ ਸੀ ਜੀ। ਤੇ ਗੁਰੂ ਸਾਹਿਬ ਜੀ ਨੇ ਉਹ ਚਮਾਸੇ ਦਾ ਸਮਾਂ ਸੈਫ ਖਾਨ ਦੇ ਘਰ ਕੱਟਿਆ। ਸੱਚੇ ਪਾਤਸ਼ਾਹ ਹਜ਼ੂਰ ਨੂੰ ਇਹਨੇ ਬੇਨਤੀ ਕੀਤੀ ਵੀ ਮਹਾਰਾਜ ਮੇਰੇ ਘਰ ਆਓ। ਸਾਹਿਬ ਗਏ, ਗੁਰਦੇਵ ਜੀ ਨੂੰ ਬੜੇ ਸੋਹਣੇ ਥਾਂ ਤੇ ਬਿਠਾਇਆ, ਤੇ ਇਹਨੇ ਦੱਸਿਆ, ਕਹਿੰਦੇ ਪਾਤਸ਼ਾਹ ਮੈਂ ਤੁਹਾਡੀ ਕੀਰਤੀ ਸੁਣੀ, ਜਸ ਸੁਣਿਆ ਸੀ ਮਹਾਰਾਜ, ਤੇ ਮੈਂ ਇਹ ਸੁਣਿਆ ਸੀ ਜੇ ਪਿਆਰ ਕਰੀਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਪਿੱਛੇ ਆਉਂਦੇ ਆ। ਮੈਂ ਬੜੇ ਪਿਆਰ ਦੇ ਨਾਲ ਤੁਹਾਡੇ ਬੈਠਣ ਲਈ ਘਰ ਜਦੋਂ ਬਣਾਇਆ ਤੇ ਪਹਿਲਾਂ ਹੀ ਇਹ ਜਗ੍ਹਾ ਬਣਾ ਦਿੱਤੀ ਸੀ। ਇੱਥੇ ਬੈਠ ਕੇ ਤੁਸੀਂ ਕੀਰਤਨ ਕਰੋ, ਇੱਥੇ ਬੈਠ ਕੇ ਤੁਸੀਂ ਬਾਣੀ ਉਚਾਰਨ ਕਰੋ, ਇੱਥੇ ਬੈਠ ਕੇ ਤੁਸੀਂ ਸਤ ਸੰਗਤ ਕਰੋ। ਤੇ ਮਹਾਰਾਜ ਕਹਿਣ ਲੱਗੇ ਇੱਧਰ ਕੀ ਬਣਾਇਆ? ਕਹਿੰਦੇ ਜੀ ਇੱਥੇ ਮੈਂ ਨਵਾਜ਼ ਅਦਾ ਕਰਦਾ। ਤੇ ਉੱਥੇ ਨਾ ਸਾਡੇ ਬੜੇ ਪਿਆਰੇ ਬੋਲ ਇਤਿਹਾਸ 'ਚ ਮਹਾਰਾਜ ਕਹਿਣ ਲੱਗੇ, ਸੈਫ ਖਾਨ ਜਿੱਥੇ ਤੂੰ ਨਵਾਜ਼ ਅਦਾ ਕਰਦਾ ਉੱਥੇ ਬੈਠ ਕੇ ਅਸੀਂ ਬਾਣੀ ਪੜਾਂਗੇ। ਤੂੰ ਵੀ ਖੁਦਾ ਦੀ ਬੰਦਗੀ ਕਰਦਾ, ਅਸੀਂ ਵੀ ਖੁਦਾ ਦੀ ਬੰਦਗੀ ਕਰਾਂਗੇ। ਆ ਵਿਤਕਰੇ ਮੁਕਾਉਂਦੇ ਮਹਾਰਾਜ। ਆਇਆ ਪ੍ਰੇਮ ਦਾ ਰਾਹ ਗੁਰੂ ਤੇਗ ਬਹਾਦਰ ਪਾਤਸ਼ਾਹ। ਗੁਰੂ ਸਾਹਿਬ ਜੀ ਲੰਬੇਰਾ ਸਮਾਂ ਇਹਦੇ ਘਰ ਰਹੇ, ਭਾਗ ਲਾਏ, ਮਹਾਰਾਜ ਨੇ ਨਿਵਾਜਿਆ, ਰੱਜ ਕੇ ਸੈਫ ਖਾਂ ਅਮਰ ਹੋ ਗਿਆ। ਪਰ ਬੀਜ ਕਿੱਥੋਂ ਪਿਆ, ਜਾਗ ਕਿੱਥੋਂ ਲੱਗੀ? ਕਿੰਨੇ ਪਿਆਰ ਵਾਲੇ ਜੀ। ਕਦੇ ਭਾਈ ਫੱਗੂ ਯਾਦ ਕਰਦਾ ਉਹ ਸਸਰਾਮ ਦੀ ਧਰਤੀ ਤੇ, ਸੈਂਕੜੇ ਹਜ਼ਾਰਾਂ ਮੀਲ ਦੂਰ ਕਿਤੇ ਉਹ ਢਾਕੇ ਦੀ ਧਰਤੀ ਤੇ ਭਾਈ ਬਲਾਕੇ ਦੀ ਮਾਤਾ ਯਾਦ ਕਰਦੇ ਆ, ਤੇ ਉਹ ਸਿਮਰਨ ਕਰਦੇ, ਚੱਦਰ ਵਿਛਾ ਕੇ ਉਡੀਕਦੇ ਆ। ਕਹਿੰਦੇ ਮੈਂ ਸਿਮਰਨ ਨਹੀਂ ਕਰਦੀ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਵਾਜ਼ਾਂ ਮਾਰਦੀਆਂ, ਤੇ ਮੇਰਾ ਨਿਸ਼ਚਾ ਕਹਿੰਦਾ ਵੀ ਸਤਿਗੁਰ ਜੀ ਆਉਣਗੇ, ਤੇ ਜਦੋਂ ਮਹਾਰਾਜ ਆਉਣਗੇ ਤੇ ਮੈਂ ਫੇਰ ਬਿਸਤਰਾ ਲੈਣ ਜਾਵਾਂਗੀ, ਮੈਂ ਪਹਿਲਾਂ ਹੀ ਬਿਸਤਰਾ ਵਿਛਾ ਕੇ ਰੱਖ ਲਾਂ। ਤੇਗ ਬਹਾਦਰ ਸਿਮਰਿਆ, ਘਰ ਨੌ ਨੇ ਦਿਆਵੈ ਧਾਏ, ਸਭ ਥਾਈ ਹੋਏ
ਸਹਾਏ। ਮਹਾਰਾਜ ਪਹੁੰਚੇ ਉਹਨਾਂ ਕੋਲ। ਗੁਰਸਿੱਖੋ ਅਰਦਾਸ ਕਰੀਏ ਸਾਡੇ ਹਿਰਦੇ 'ਚ ਪਿਆਰ ਆ ਜਾਏ। ਅੱਜ ਭੇਟਾ ਦੀ ਕਮੀ ਨਹੀਂ, ਭਾਵਨਾ ਦੀ ਕਮੀ ਹੋ ਗਈ। ਭੇਟਾ ਬਹੁਤ ਚੜ ਰਹੀ ਹੈ, ਭਾਵਨਾ ਦੀ ਕਮੀ ਹੋ ਗਈ। ਧੰਨਵਾਦ। ਸੋ ਸਾਧ ਸੰਗਤ ਬਹੁਤ ਧੰਨਵਾਦ। ਇਹੀ ਬੇਨਤੀ ਤੁਹਾਡੇ ਚਰਨਾਂ 'ਚ, ਤੁਸੀਂ ਸਿਮਰਨ ਵਾਸਤੇ ਬੈਠੇ ਹੋ। ਜਿਹੜਾ ਸਿਮਰਨ ਇੱਥੇ ਹੋਇਆ ਇਹ ਨਿਰੰਤਰ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ। ਸਾਡੇ ਘਰਾਂ ਵਿੱਚ ਇਹ ਸਿਮਰਨ ਹੋਵੇ। ਗੁਰੂ ਸਾਹਿਬ ਜੀ ਦੇ ਸ਼ਲੋਕ, ਗੁਰੂ ਸਾਹਿਬ ਦੇ ਸ਼ਬਦ ਹਰ ਘਰ ਵਿੱਚ ਨਿਤਨੇਮ ਦਾ ਹਿੱਸਾ ਬਣਾਓ। ਫਿਰ ਜਦੋਂ ਤੁਸੀਂ ਪ੍ਰੇਮ 'ਚ ਸਿਮਰੋਗੇ, ਇੱਕ ਵਾਰ ਸਾਰੇ ਪੜ੍ਹ ਕੇ ਫਿਰ ਫਤਿਹ ਬੁਲਾਈਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ, ਸਭ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਰੱਬ ਬਣਨ ਦੀ ਜਾਚ ਸਿਖਾ ਰਹੇ, ਸਾਨੂੰ ਲੀਨ ਕਰ ਦਿੰਦੇ, ਸਾਨੂੰ ਪਖੰਡਾਂ ਤੋਂ, ਬਣਾ 'ਚ ਭਟਕਣ ਤੋਂ ਰੋਕ ਕੇ ਨਾ ਮਹਾਰਾਜ ਕਹਿੰਦੇ ਆਓ ਵਾਹਿਗੁਰੂ ਜੀ ਦਾ ਸਿਮਰਨ ਯਾਦ ਹਿਰਦੇ 'ਚ ਵਸਾਓ। ਅਵਸਥਾ ਉੱਚੀ ਹੋਏਗੀ, ਸੁਰਤ ਬਲਵਾਨ ਹੋਏਗੀ, ਦੁੱਖ ਦੁੱਖ ਹੀ ਨਹੀਂ ਜਾਪੇਗਾ, ਉਸਤਤ ਨਿੰਦਿਆ 'ਚ ਫਰਕ ਹੀ ਕੋਈ ਨਹੀਂ ਰਹਿ ਜਾਏਗਾ। ਤੇ ਜਿੱਦਣ ਇੱਥੇ ਪਹੁੰਚ ਗਏ ਉਦਣ ਪਾਣੀ ਵਾਂਗ ਪਾਣੀ ਜਿਵੇਂ ਲੀਨ ਹੁੰਦਾ, ਇਵੇਂ ਰੱਬ 'ਚ ਲੀਨ ਹੋਵੇ। ਬਖਸ਼ਿਸ਼ ਕਰਨ ਮਹਾਰਾਜ, ਤੁਹਾਨੂੰ ਨਿਵਾਜਨ ਸਾਰਿਆਂ ਨੂੰ ਸਤਿਗੁਰੂ, ਸਾਰਿਆਂ ਦੇ ਘਰਾਂ 'ਚ ਸਭ ਥਾਈਂ ਹੋਏ ਸਹਾਏ। ਆਓ ਗੁਰੂ ਕੇ ਕੀਰਤਨੀਏ ਬੈਠੇ ਆ, ਬੜੇ ਪ੍ਰੇਮ ਰੰਗ ਵਿੱਚ ਭਾਈ ਸਾਹਿਬ ਕੀਰਤਨ ਕਰਦੇ ਨੇ, ਤੁਸੀਂ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।